ਹੈਲੋ ਜੀ, ਸਤਿ ਸ਼੍ਰੀ ਅਕਾਲ। ਮੇਰਾ ਨਾਮ ਹੈ ਸ਼ਰਨ ਤੇ ਮੈਂ ਵੈਲਕਮ ਕਰਦੀ ਹਾਂ ਤੁਹਾਡਾ ਆਪਣੇ ਚੈਨਲ ਉੱਤੇ। ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ। ਕੱਲ ਪਰਸੋਂ ਦੀ ਇੱਕ ਨਾ ਖਬਰ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਆ ਕਿ ਇੱਕ ਮਨਦੀਪ ਨਾਮ ਦੀ ਕੁੜੀ ਦਾ ਅਮਰੀਕਾ ਦੇ ਵਿੱਚ ਉਹਨੇ ਸੁਸਾਈਡ ਕੀਤਾ ਆ ਤੇ ਉਹਨੇ ਇੱਕ ਨੋਟ ਛੱਡਿਆ, ਸੁਸਾਈਡ ਨੋਟ, ਪ੍ਰੋਪਰ ਇੱਕ ਵੀਡੀਓ ਬਣਾ ਕੇ ਭੇਜੀ ਆ ਜਿਸ ਤਰ੍ਹਾਂ ਉੱਥੇ ਉਹਨੇ ਦੱਸਿਆ ਹੈ ਕਿ ਮੇਰਾ ਜਿਹੜਾ ਹਸਬੈਂਡ ਆ ਮੇਰੇ ਤੇ 8 ਸਾਲਾਂ ਤੋਂ ਜਿਹਦਾ ਅਤਿਆਚਾਰ ਕਰ ਰਿਹਾ, ਡੋਮੈਸਟਿਕ ਵਾਇਲੈਂਸ ਕਰ ਰਿਹਾ ਆ, ਮੈਨੂੰ ਕੁੱਟਦਾ ਮਾਰਦਾ ਆ, ਮੇਰੀਆਂ 2 ਬੱਚੀਆਂ ਆ, ਉਹਨੂੰ ਇੱਕ ਮੁੰਡਾ ਚਾਹੀਦਾ ਸੀ ਜੋ ਕਿ ਮੈਂ ਉਹਨੂੰ ਨਹੀਂ ਦੇ ਪਾ ਰਹੀ ਤੇ ਇਸ ਕਰਕੇ ਉਹ ਬਹੁਤ ਕੁਛ ਉਹਦਾ ਵਧਿਆ ਸੀ। ਵਿਚਾਰੀ ਨੇ ਵੀਡੀਓ ਪਾਈਆਂ, ਉਹਦੀਆਂ ਫੋਟੋ ਆਈਆਂ। ਉਸ ਚੀਜ਼ ਨੇ ਸਾਨੂੰ ਇੰਨਾ ਜ਼ਿਆਦਾ ਹਿਲਾ ਕੇ ਰੱਖਿਆ ਵੀ ਕਿਉਂ ਲੋਕੀ ਇਦਾਂ ਕਰਦੇ ਆ। ਤੇ ਮਾਰਕੀਟ ਦੇ ਵਿੱਚ ਸੀ ਤਾਂ ਸਾਨੂੰ ਉੱਥੇ ਸਾਡੇ ਇੱਕ ਨਾ ਫਰੈਂਡ ਮਿਲੇ। ਉਹ ਕਾਫੀ ਟਾਈਮ ਬਾਅਦ ਮਿਲੇ ਕਿਉਂਕਿ ਉਹ ਸਾਡੇ ਏਰੀਆ ਦੇ ਨਹੀਂ ਸੀਗੇ। ਸੋ ਅਸੀਂ ਉਹਨਾਂ ਨਾਲ ਇੱਦਾਂ ਗੱਲਾਂ ਬਾਤਾਂ ਕਰਦੇ ਸੀਗੇ ਤੇ ਗੱਲਾਂ ਕਰਦੇ ਕਰਦੇ ਨਾ ਇੱਕ ਟੌਪਿਕ ਉੱਠਿਆ। ਇਸੇ ਕਰਕੇ ਅਸੀਂ ਕੋਈ ਵਲੌਗ ਵੀ ਨਹੀਂ ਕਰ ਸਕੇ ਉਸ ਦਿਨ ਬਾਅਦ ਵਿੱਚ। ਉਸ ਤੋਂ ਬਾਅਦ ਇੱਕ ਨਾ ਟੌਪਿਕ ਉੱਠਿਆ ਕਿ ਵੀ ਡੋਮੈਸਟਿਕ ਵਾਇਲੈਂਸ ਜਿਹੜਾ ਆ ਬਹੁਤ ਜ਼ਿਆਦਾ ਵੱਧ ਰਿਹਾ ਆ ਤੇ ਇਹਦੇ ਤੇ ਕਿਸੇ ਤਰੀਕੇ ਦੇ ਨਾਲ ਕਿਸ ਤਰੀਕੇ ਦੇ ਨਾਲ ਰੋਕ ਲੱਗ ਸਕਦੀ ਆ ਜਾਂ ਇਹਦੇ ਵਿੱਚ ਸੁਧਾਰ ਹੋ ਸਕਦਾ ਆ ਕਿ ਵੀ ਕੀ ਹੈਗਾ ਹੈ। ਕਿਉਂਕਿ ਉਹਨਾਂ ਦੀ ਫੈਮਿਲੀ ਦੇ ਵਿੱਚ ਹੀ ਇੱਕ ਇੱਦਾਂ ਦਾ ਮੈਂਬਰ ਆ ਜਿਹਦੇ ਨਾਲ ਇੱਦਾਂ ਦਾ ਕੁਝ ਹੋ ਚੁੱਕਾ ਆ ਤੇ ਮੈਂ ਨਾਮ ਨਹੀਂ ਇੱਥੇ ਕਿਸੇ ਦਾ ਵੀ ਲੈਣਾ ਚਾਹੂੰਗੀ, ਬਟ ਬਹੁਤ ਮਾੜੇ ਤਰੀਕੇ ਦੇ ਨਾਲ ਉਹਨਾਂ ਦੀ ਡੈਥ ਹੋਈ ਸੀ। ਹੁਣ ਉਸ ਚੀਜ਼ ਨੂੰ ਕਾਫੀ ਸਾਲ ਹੋ ਗਏ ਆ, ਆਈ ਥਿੰਕ 8-9 ਸਾਲ ਹੋ ਗਏ ਇਸ ਚੀਜ਼ ਨੂੰ ਕਿ ਉਹਨਾਂ ਦੀ ਸਿਸਟਰ ਸੀਗੀ ਤੇ ਉਹਦੀ ਡੈਥ ਹੋਈ ਸੀਗੀ ਇਸ ਇੱਦਾਂ ਹੀ ਡੋਮੈਸਟਿਕ ਵਾਇਲੈਂਸ 'ਚ। ਉਹਦੇ ਹਸਬੈਂਡ ਨੇ ਉਹਦੀ ਡੈਥ ਮਤਲਬ ਕਿ ਉਹਦਾ ਮਰਡਰ ਕਰ ਦਿੱਤਾ ਸੀਗਾ। ਤੇ ਅਸੀਂ ਇੱਦਾਂ ਗੱਲ ਕਰਦੇ ਸੀਗੇ ਕਿ ਇਸ ਚੀਜ਼ ਤੇ ਕਿਸ ਤਰੀਕੇ ਦੇ ਨਾਲ ਰੋਕ ਲਗਾਈ ਜਾ ਸਕਦੀ ਹੈ, ਕੀ ਹੋ ਸਕਦਾ ਆ। ਤੇ ਮੈਨੂੰ ਲੱਗਾ, ਉਹਨਾਂ ਨੇ ਵੀ ਮੈਨੂੰ ਕਿਹਾ, ਮੈਨੂੰ ਖੁਦ ਨੂੰ ਵੀ ਲੱਗਾ ਕਿ ਇਹ ਜਿਹੜਾ ਇੱਕ ਇੱਦਾਂ ਦਾ ਸੈਂਸਿਟਿਵ ਟੌਪਿਕ ਆ ਕਿ ਆਪਾਂ ਸਾਰੇ ਜਣੇ ਗੱਲਾਂ ਵੀ ਕਰਦੇ ਹਾਂ ਬਟ ਜੇ ਤੇ ਬੀਤਦੀ ਆ ਉਹ ਤੋਂ ਵੱਧ ਇਸ ਚੀਜ਼ ਨੂੰ ਕੋਈ ਵੀ ਸਮਝ ਨਹੀਂ ਸਕਦਾ। ਸੋ ਮੈਂ ਸੋਚਿਆ ਕਿ ਮੈਂ ਤੁਹਾਡੇ ਨਾਲ 2-4 ਗੱਲਾਂ ਸ਼ੇਅਰ ਕਰਾਂ ਕਿ ਆਪਾਂ ਇਹਨੂੰ ਕਿੱਦਾਂ ਰੋਕ ਸਕਦੇ ਹਾਂ, ਕਿ ਕਿਉਂ ਹੁੰਦਾ ਇੱਦਾਂ ਦਾ ਸਾਰਾ ਕੁਝ। ਹੋਰ ਕਿੰਨੀਆਂ ਮਨਦੀਪ ਹੋਣਗੀਆਂ ਜਿਨ੍ਹਾਂ ਦੀ ਆਉਣ ਵਾਲੇ ਟਾਈਮ ਦੇ ਵਿੱਚ ਇੱਦਾਂ ਦੀ ਹਾਲਤ ਦੇ ਵਿੱਚ ਉਹਨਾਂ ਦੀ ਮੌਤ ਹੋਊਗੀ, ਜੋ ਕਿ ਇੱਕ ਬਹੁਤ ਸੈਡ ਰਿਐਲਿਟੀ ਆ ਸਾਡੀ ਕਮਿਊਨਿਟੀ ਦੀ। ਕਿ ਮੈਨੂੰ ਲੱਗਦਾ ਹੈ ਕਿ ਸਭ ਤੋਂ ਵੱਧ ਜਿਹੜੇ ਕੇਸਿਸ ਹੈਗੇ ਆ ਡੋਮੈਸਟਿਕ ਵਾਇਲੈਂਸ ਦੇ ਸਾਡੇ ਇੰਡੀਅਨ ਕਮਿਊਨਿਟੀ ਦੇ ਵਿੱਚ ਹੀ ਹੁੰਦੇ ਆ। ਤੇ ਸਭ ਤੋਂ ਜਿਹੜਾ ਮੇਨ ਕਾਰਨ ਮੈਨੂੰ ਲੱਗਦਾ ਆ ਇਸ ਵਿੱਚ ਇੱਦਾਂ ਹੁੰਦਾ ਆ ਕਿ ਜਿਹੜੇ ਸਾਡੇ ਪੇਰੈਂਟਸ ਹੁੰਦੇ ਆ, ਸਭ ਤੋਂ ਪਹਿਲਾਂ ਮੈਂ ਪੇਰੈਂਟਸ ਦੀ ਗਲਤੀ ਵੀ ਕਹੂੰਗੀ ਕਿਉਂਕਿ ਪੇਰੈਂਟਸ ਸਾਨੂੰ ਸ਼ੁਰੂ ਤੋਂ ਹੀ, ਅਸੀਂ ਜਦੋਂ ਨਾ ਐਜ਼ ਆ ਵੂਮੈਨ ਮੈਂ ਸੋਚਦੀ ਹਾਂ ਕਿ ਜਦੋਂ ਨਾ ਅਸੀਂ ਮਤਲਬ ਕਿ ਵੱਡੇ ਹੁੰਦੇ ਆ ਤਾਂ ਸਾਡੇ ਨਾ ਦਿਮਾਗ ਦੇ ਵਿੱਚ ਇੱਕ ਹੀ ਗੱਲ ਪਾਈ ਹੁੰਦੀ, ਸਪੈਸ਼ਲੀ ਮੁੰਡਿਆਂ ਦੇ ਵੀ ਹੁੰਦੀ ਆ, ਸਪੈਸ਼ਲੀ ਕੁੜੀਆਂ ਦੇ, ਕਿ ਤੇਰਾ ਵਿਆਹ ਹੋਣਾ ਆ, ਤੂੰ ਵਿਆਹ ਕਰਾ ਕੇ ਇੱਕ ਨਵੇਂ ਘਰ ਦੇ ਵਿੱਚ ਜਾਣਾ ਆ, ਉਹ ਉੱਥੇ ਤੂੰ ਜਾ ਕੇ ਜੋ ਮਰਜ਼ੀ ਕਰੀ, ਉਹ ਤੇਰਾ ਘਰ ਹੋਣਾ ਹੈ, ਇਹ ਤੇਰਾ ਘਰ ਨਹੀਂ ਹੈਗਾ। ਇੱਕ ਕੁੜੀ ਨੂੰ ਮਤਲਬ ਕਿ ਕਿਸੇ ਤਰੀਕੇ ਦੀ ਆਜ਼ਾਦੀ ਨਹੀਂ ਦਿੰਦੇ ਹੈਗੇ ਤੇ ਉਹ ਕੁੜੀ ਜਿਹੜੀ ਹੁੰਦੀ ਆ ਉਹ ਸੁਪਨੇ ਦੇਖਦੀ ਆ ਕਿ ਮੈਂ ਅੱਛਾ ਮੇਰਾ ਵਿਆਹ ਹੋਊਗਾ, ਮੈਂ ਵਿਆਹ ਤੋਂ ਬਾਅਦ ਆਪਣੀ ਮਰਜ਼ੀ ਦਾ ਜੋ ਮਰਜ਼ੀ ਕਰੂੰਗੀ, ਜੋ ਮਰਜ਼ੀ ਪਾਊਂਗੀ, ਜੋ ਮਰਜ਼ੀ ਖਾਊਂਗੀ। ਸੋ ਇੱਕ ਨਾ ਸਾਡੇ ਮਤਲਬ ਕਿ ਬਚਪਨ ਤੋਂ ਹੀ ਸਾਡੇ ਨਾ ਮਾਈਂਡ ਦੇ ਵਿੱਚ ਇੱਦਾਂ ਸੈੱਟ ਹੋ ਜਾਂਦਾ ਹੈ ਕਿ ਵੀ ਵਿਆਹ ਜਿਹੜਾ ਹੈਗਾ ਆ ਨਾ, ਟਾਈਮ ਆ ਰਿਹਾ ਹੈ ਸਾਡਾ, ਅੱਛਾ ਇੰਨਾ ਟਾਈਮ ਰਹਿ ਗਿਆ ਸਾਡਾ ਵਿਆਹ ਹੋਣ ਨੂੰ ਜਾਂ ਸਾਡਾ ਵਿਆਹ ਹੋ ਜਾਣਾ, ਅਸੀਂ ਇੱਕ ਹੋਰ ਫੈਮਿਲੀ ਦੇ ਵਿੱਚ ਚਲੇ ਜਾਣਾ। ਪਰ ਮੈਨੂੰ ਲੱਗਦਾ ਹੈ ਕਿ ਇਹ ਗਲਤ ਆ ਕਿਉਂਕਿ ਅਸੀਂ ਜਿਹੜੀਆਂ ਸਾਡੀਆਂ ਕੁੜੀਆਂ ਆ, ਸਾਡੇ ਜਿਹੜੇ ਬੱਚੇ ਆ, ਮੈਂ ਇਕੱਲਾ ਕੁੜੀਆਂ ਦੀ ਗੱਲ ਨਹੀਂ ਕਰਦੀ, ਮੈਂ ਜਿਹੜੇ ਮਤਲਬ ਕਿ ਮੁੰਡੇ ਉਹਨਾਂ ਦੀ ਵੀ ਗੱਲ ਕਰਦੀ ਹਾਂ। ਕਿਉਂ ਅਸੀਂ ਇਸ ਚੀਜ਼ ਨੂੰ ਕਹਿੰਦੇ ਆ ਕਿ ਵਿਆਹ ਇੱਕ ਬਹੁਤ ਇੰਪੋਰਟੈਂਟ ਚੀਜ਼ ਆ? ਇੰਨੀ ਇੰਪੋਰਟੈਂਟ ਚੀਜ਼ ਨਹੀਂ ਹੈਗੀ। ਇੱਕ ਪਾਰਟਨਰ ਤੁਹਾਡੀ ਲਾਈਫ ਦੇ ਵਿੱਚ ਹੋਣਾ ਚਾਹੀਦਾ, ਤੁਹਾਡੇ ਸੁੱਖ ਨੂੰ, ਤੁਹਾਡੇ ਦੁੱਖ ਨੂੰ, ਪਰ ਇਹ ਨਹੀਂ ਹੈਗਾ ਕਿ ਉਹ ਪਾਰਟਨਰ ਨੂੰ ਸਾਡੀ ਜ਼ਿੰਦਗੀ ਇੱਦਾਂ ਦੇ ਤਰੀਕੇ ਨਾਲ ਬਣਾ ਦਿੱਤਾ ਜਾਵੇ ਕਿ ਸਾਨੂੰ ਲੱਗੇ, ਸਾਡਾ ਦਿਮਾਗ ਹੀ ਤੁਸੀਂ ਇੱਦਾਂ ਕਰ ਦੋਗੇ ਕਿ ਜੇ ਉਹ ਮੇਰੀ ਜ਼ਿੰਦਗੀ 'ਚੋਂ ਕਿਤੇ ਦੂਰ ਹੋ ਗਿਆ ਜਾਂ ਮੈਂ ਉਹ ਤੋਂ ਦੂਰ ਹੋ ਗਈ ਜਾਂ ਮੈਂ ਡਾਈਵੋਰਸ ਬਾਰੇ ਸੋਚਿਆ ਤਾਂ ਮੇਰੀ ਜ਼ਿੰਦਗੀ ਖਤਮ ਹੋ ਜਾਣੀ ਆ। ਜ਼ਿੰਦਗੀ ਕਿਸੇ ਦੇ ਜਾਣ ਨਾਲ ਵੀ ਖਤਮ ਨਹੀਂ ਹੁੰਦੀ, ਚਾਹੇ ਉਹ ਸਾਡੇ ਪੇਰੈਂਟਸ ਹੀ ਹੋਣ, ਕਿਉਂਕਿ ਪੇਰੈਂਟਸ ਨੇ ਵੀ ਇੱਕ ਨਾ ਇੱਕ ਦਿਨ ਜਾਣਾ ਹੀ ਹੈ। ਪਰ ਮੈਂ ਸੋਚਦੀ ਹਾਂ ਕਿ ਇਸ ਤੋਂ ਇਲਾਵਾ ਸਾਨੂੰ ਕੁੜੀਆਂ ਨੂੰ ਮਤਲਬ ਕਿ ਸੈਲਫ ਡਿਪੈਂਡੈਂਟ ਹੋਣਾ ਚਾਹੀਦਾ ਆ। ਪੇਰੈਂਟਸ ਦੀ ਇਹ ਜ਼ਿੰਮੇਵਾਰੀ ਬਣਦੀ ਸਭ ਤੋਂ ਪਹਿਲਾਂ ਕਿ ਬੱਚੇ ਨੂੰ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਮਤਲਬ ਕਿ ਉਹਨਾਂ ਦੀ ਐਜੂਕੇਸ਼ਨ ਵੱਲ ਜ਼ਿਆਦਾ ਧਿਆਨ ਦਿੱਤਾ ਜਾਵੇ, ਨਾ ਕਿ ਇਹ ਸੋਚਿਆ ਜਾਵੇ ਕਿ ਤੂੰ ਵਿਆਹ ਤੋਂ ਬਾਅਦ ਆਹ ਕਰੀ। ਉਹਨਾਂ ਨੂੰ ਇੱਕ ਫਰੀडम ਦਿੱਤਾ ਜਾਵੇ, ਆਪਣੀ ਲਾਈਫ ਦੇ ਵਿੱਚ ਜੋ ਵੀ ਕਰਨਾ ਚਾਹਣ ਉਹ ਕਰਨ, ਬਟ ਇਸ ਚੀਜ਼ ਸੋਚੀ ਤੋਂ ਬਿਨਾਂ ਕਿ ਮੈਂ ਮਤਲਬ ਕਿ ਵਿਆਹ ਕਰਾ ਕੇ ਜਾਣਾ ਇੱਕ ਹੋਰ ਫੈਮਿਲੀ 'ਚ ਜਾਂ ਇੱਕ ਮੁੰਡੇ ਦੇ ਨਾਲ ਹੈ ਨਾ ਰਹਿਣਾ ਆ। ਕਿਉਂਕਿ ਮੈਨੂੰ ਲੱਗਦਾ ਹੈ ਕਿ ਇਹੀ ਇੱਕ ਸਭ ਤੋਂ ਵੱਡਾ ਕਾਰਨ ਆ ਕਿ ਕੁੜੀਆਂ ਬਹੁਤ ਸਾਲਾਂ ਤੱਕ ਜਿਹੜਾ ਡੋਮੈਸਟਿਕ ਵਾਇਲੈਂਸ ਦੀਆਂ ਸ਼ਿਕਾਰ ਹੁੰਦੀਆਂ ਆ। ਜਿਸ ਤਰ੍ਹਾਂ ਕਿ ਅਸੀਂ ਗੱਲ ਕਰਦੇ ਹਾਂ ਮਨਦੀਪ ਦੀ, ਉਹਦੀ ਮੈਰਿਜ ਨੂੰ 8 ਸਾਲ ਹੋ ਚੁੱਕੇ ਸੀਗੇ। ਉਹਨੇ ਵੀ ਸ਼ਾਇਦ ਕੋਸ਼ਿਸ਼ ਕੀਤੀ ਹੋਊਗੀ ਕਿ ਮੈਂ ਇਸ ਚੀਜ਼ 'ਚੋਂ ਬਾਹਰ ਨਿਕਲਾਂ,
पर वो कोशिश जद तक ਉਹਦੇ पेरेंट्स ਉਹਨੂੰ सपोर्ट नहीं करते, किसी हद तक ਤਾਂ ਕੁੜੀਆਂ पेरेंट्स ਨੂੰ ਦੱਸਦੀਆਂ ਵੀ ਨਹੀਂ ਇਹ ਗੱਲ ਕਿ ਵੀ ਮੇਰੇ ਨਾਲ ਕੁਝ ਇਦਾਂ ਦਾ ਹੋ ਰਿਹਾ ਹੈ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਹੁੰਦਾ ਆ ਕਿ ਵੀ पेरेंट्स ਕੀ ਸੋਚਣਗੇ, ਮਸੀ ਤਾਂ ਉਹਨਾਂ ਨੇ ਸਾਡਾ ਵਿਆਹ ਕੀਤਾ ਆ, ਜਾਂ ਕਿਸੇ ਵੇਲੇ पेरेंट्स ਵੀ ਇਦਾਂ ਕਹਿ ਦਿੰਦੇ ਆ ਕਿ ਨਹੀਂ ਧੀਏ ਤੂੰ ਜਿਸ ਤਰੀਕੇ ਦੇ ਨਾਲ ਵੀ ਤੂੰ ਆਪਣਾ ਕੱਢ ਸਕਦੀ ਆ ਟਾਈਮ ਕੱਢ, ਜੋ ਕਿ ਬਹੁਤ ਜ਼ਿਆਦਾ ਗਲਤ ਚੀਜ਼ ਆ। ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਵੀ ਤੁਸੀਂ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਇੱਦਾਂ ਦੀ ਐਜੂਕੇਸ਼ਨ ਦੇਵੋ ਕਿ ਉਹ ਆਪਣੇ ਆਪ 'ਤੇ ਡਿਪੈਂਡਡ ਰਹਿਣ, ਉਹਨਾਂ ਨੂੰ ਕਿਸੇ ਹਸਬੈਂਡ ਦੀ ਲੋੜ ਨਹੀਂ ਹੈਗੀ, ਕਿਸੇ ਪਾਰਟਨਰ ਦੀ ਲੋੜ ਨਹੀਂ ਹੈਗੀ, ਉਹ ਖੁਦ ਹੀ ਆਪਣਾ ਦੇਖਣ। ਤੇ ਬਾਕੀ ਜੇ ਮੰਨ ਲਓ ਉਹਨਾਂ ਦੀ ਮੈਰਿਜ ਹੁੰਦੀ, ਚਲੋ ਇੱਕ ਰੀਤ ਬਣੀ ਹੋਈ ਆ ਕਿ ਮੈਰਿਜ ਹੋਣੀ ਆ, ਗਾਂ ਬੱਚੇ ਹੋਣੇ ਆ, ਪਰ ਇਹ ਨਹੀਂ ਹੈਗਾ ਕਿ ਉਹਦੇ ਨਾਲ ਹੀ ਮਤਲਬ ਸਾਰੀ ਦੁਨੀਆ ਆ। ਤੁਸੀਂ ਜੇ ਵਿਆਹ ਨਹੀਂ ਕਰਾਉਂਦੇ ਹੈਗੇ ਜਾਂ ਤੁਹਾਡਾ ਵਿਆਹ ਹੋ ਜਾਂਦਾ, ਬਸ ਉਹੀ ਤੁਹਾਡੀ ਦੁਨੀਆ ਆ। ਬਹੁਤ ਕੇਸ ਇੱਦਾਂ ਦੇ ਹੁੰਦੇ ਆ ਕਿ ਵੀ ਕੁੜੀਆਂ ਸਾਰੀ ਸਾਰੀ ਉਮਰ ਇੱਦਾਂ ਹੀ ਕੱਢ ਦਿੰਦੀਆਂ ਆਪਣੀਆਂ, ਇਹ ਸੋਚਦੇ ਵੀ ਚੱਲ ਹੁਣ ਬੱਚੇ ਹੋ ਗਏ, ਹੁਣ ਕਿੱਥੇ ਜਾਣਾ ਆ, ਜਾਂ ਹੁਣ ਤਾਂ ਵਿਆਹ ਹੋ ਗਿਆ, ਹੁਣ ਕੀ ਕਰ ਸਕਦੇ ਆ। ਪਰ ਪਲੀਜ਼ ਇੱਦਾਂ ਨਾ ਸੋਚੀਏ, ਅਸੀਂ ਸਾਰੇ ਜਣੇ ਹੀ ਇੱਕ ਸਾਡੀ ਜ਼ਿੰਮੇਵਾਰੀ ਬਣਦੀ ਆ। ਅੱਜ ਇਸ ਗੱਲ ਦਾ ਮਨਦੀਪ ਬਾਰੇ ਪਤਾ ਲੱਗਾ, ਪਰ ਅੱਜ ਤੋਂ 1 ਸਾਲ ਪਹਿਲਾਂ ਇੱਕ ਸਾਡੀ ਫਰੈਂਡ ਸੀ, ਬਹੁਤ ਡੀਅਰ ਫਰੈਂਡ ਸੀ, ਮੈਂ ਇੰਡੀਆ ਉਹਦੇ ਨਾਲ ਛੋਟੀ ਹੁੰਦੀ ਪੜ੍ਹੀ ਆ। ਉਹਦਾ ਨਾਮ ਸੀ ਰੂਬੀ ਰਜਿੰਦਰ, ਕੈਨੇਡਾ ਦੇ ਵਿੱਚ ਸੀਗੀ ਕੁਝ ਸਾਲਾਂ ਤੋਂ, ਤੇ ਉਹਦੇ ਹਸਬੈਂਡ ਨੇ ਉਹਦਾ ਜਿਸ ਤਰ੍ਹਾਂ ਕਹ ਲਓ ਮਰਡਰ ਕਰ ਦਿੱਤਾ। ਕੋਈ ਨਹੀਂ, ਉਹਨਾਂ ਦੀ ਅਣਬਣ ਸੀਗੀ। ਜਦੋਂ ਇਸ ਚੀਜ਼ ਦਾ ਸਾਨੂੰ ਪਤਾ ਲੱਗਾ, ਸਾਨੂੰ ਬਹੁਤ ਜ਼ਿਆਦਾ ਦੁੱਖ ਲੱਗਾ। 2 ਬੱਚੇ ਪਿੱਛੇ ਛੱਡ ਕੇ ਗਈ, ਇੱਕ ਮੁੰਡਾ ਸੀ ਉਹਦਾ ਤੇ ਇੱਕ ਉਹਦੀ ਬੇਟੀ ਸੀਗੀ। ਤੇ ਉਹ ਬੱਚਿਆਂ ਦਾ ਉਸ ਤੋਂ ਬਾਅਦ ਤਾਂ ਚਲੋ ਸਾਡਾ ਕੋਈ ਜ਼ਿਆਦਾ ਰਾਬਤਾ ਉਹਨਾਂ ਦੇ ਨਾਲ ਰਿਹਾ ਨਹੀਂ, ਫੈਮਿਲੀ ਦੇ ਨਾਲ, ਬਟ ਉਹ ਬੱਚਿਆਂ ਦਾ ਕੀ ਕਸੂਰ ਸੀ। ਹੁਣ ਜਿਹੜਾ ਉਹਦਾ ਫਾਦਰ ਹੋਊਗਾ, ਉਸ ਤੋਂ ਬਾਅਦ ਉਹਨੇ ਉਹਦਾ ਜਿਹੜਾ ਹਸਬੈਂਡ ਸੀ ਉਹਨੇ ਵੀ ਮਤਲਬ ਕਿ ਆਪ ਨਾ ਮਰਡਰ ਕਰ ਲਿਆ, ਆਪਣੇ ਆਪ ਨੂੰ ਸੁਸਾਈਡ ਕਰ ਲਿਆ। ਪਹਿਲਾਂ ਆਪਣੀ ਵਾਈਫ ਦਾ ਕੀਤਾ, ਉਸ ਤੋਂ ਬਾਅਦ ਆਪ ਸੁਸਾਈਡ ਕਰ ਲਿਆ। ਉਹ ਹੁਣ ਬੱਚੇ ਦੋਨੇ ਇੱਦਾਂ ਹੀ ਰਹਿ ਗਏ ਹੈ ਨਾ। ਹੁਣ ਬੱਚੇ ਨਾ ਤਾਂ ਦਾਦਕਿਆਂ ਜੋਗੇ ਨਾ ਨਾਨਕਿਆਂ ਜੋਗੇ। ਤੇ ਇੱਕ ਉਹ ਸੀ, ਉਹ ਰੂਬੀ ਸੀ, ਇਹ ਮਨਦੀਪ ਆ। ਤਾਂ ਹੋਰ ਹਜ਼ਾਰਾਂ ਕੁੜੀਆਂ ਇੱਦਾਂ ਦੀਆਂ ਹੋਣਗੀਆਂ ਜਿਹੜੀਆਂ ਰੋਜ਼ ਇੱਦਾਂ ਦੇ ਮਤਲਬ ਕਿ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਹੁੰਦੀਆਂ ਆ। ਕਈ ਤਾਂ ਵਿੱਚੋਂ ਸਰਵਾਈਵ ਕਰ ਜਾਂਦੀਆਂ ਆ, ਉਹ ਨਿਕਲ ਜਾਂਦੀਆਂ ਆ। ਤੇ ਮੈਂ ਨਾ ਕਿਸੇ ਦੀ ਨਾ ਦੇਖ ਰਹੀ ਸੀ, ਕੋਈ ਭਾਜੀ ਆ, ਉਹਨਾਂ ਨੇ ਨਾ ਇੱਕ ਵੀਡੀਓ ਪਾਈ ਹੋਈ ਸੀਗੀ, ਤੇ ਉਹਨਾਂ ਨੇ ਇੱਦਾਂ ਜਿੱਦਾਂ ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਹੀ, ਇੱਦਾਂ ਗੱਲ ਕਰ ਰਹੀ ਸੀ। ਤੇ ਉਹਨਾਂ ਨੇ ਗੱਲ ਕੀਤੀ ਵੀ ਇਹ ਗਲਤ ਚੀਜ਼ ਆ, ਸਾਨੂੰ ਆਪਣੇ ਬੱਚਿਆਂ ਨੂੰ ਇੱਦਾਂ ਨਹੀਂ ਸਿਖਾਉਣਾ ਚਾਹੀਦਾ ਵੀ ਤੇਰੇ ਲਈ ਧੀ ਇਹੀ ਸਾਰਾ ਕੁਛ ਹੈਗਾ ਆ, ਤੇ ਵੀ ਬਹੁਤ ਮਾੜਾ ਹੋਇਆ ਜੋ ਵੀ ਹੋਇਆ। ਬਟ ਮੈਂ ਉਸ ਤੋਂ ਬਾਅਦ ਉਹ ਭਾਜੀ ਨੇ ਵੀ ਅਫਕੋਰਸ ਸ਼ੇਅਰ ਕੀਤਾ। ਉਸ ਤੋਂ ਬਾਅਦ ਉਸ ਮਤਲਬ ਕਿ ਉਹਨਾਂ ਦੀ ਵੀਡੀਓ ਦੇ ਥੱਲੇ ਇੰਨੇ ਕਮੈਂਟ ਕੁੜੀਆਂ ਦੇ ਆਏ ਕਿ ਨਹੀਂ ਐਡਜਸਟਮੈਂਟ ਕਰਨੀ ਪੈਂਦੀ ਆ, ਕਿ ਐਡਜਸਟਮੈਂਟ ਤੋਂ ਬਿਨਾਂ ਲਾਈਫ ਨਹੀਂ ਚੱਲਦੀ ਹੈਗੀ, ਜਾਂ ਬਹੁਤ ਕੁਛ ਉਹਨਾਂ ਨੇ ਲਿਖਿਆ। ਬਟ ਮੈਂ ਕਹਿਣਾ ਚਾਹੁੰਦੀ ਉਹਨਾਂ ਕੁੜੀਆਂ ਨੂੰ ਵੀ ਐਡਜਸਟਮੈਂਟ ਪਤਾ ਕਿੱਥੇ ਕਰ ਸਕਦੇ ਆ, ਜਿੱਥੇ ਤੁਸੀਂ ਮਤਲਬ ਕਿ ਤੁਹਾਡੀ ਥਿੰਕਿੰਗ ਨਾ ਕਿਸੇ ਨਾਲ ਰਲੇ, ਕਿਉਂਕਿ ਹਰ ਇੱਕ ਇਨਸਾਨ ਡਿਫਰੈਂਟ ਹੁੰਦਾ ਆ। ਤੁਸੀਂ ਇਹ ਨਹੀਂ ਸੋਚ ਸਕਦੇ ਕਿ ਜਿਹੜਾ ਤੁਹਾਡਾ ਹਸਬੈਂਡ ਹੋਵੇ, ਜਿਹੜਾ ਤੁਹਾਡਾ ਪਾਰਟਨਰ ਹੋਵੇ, ਚਾਹੇ ਉਹ ਤੁਹਾਡੀ ਵਾਈਫ ਵੀ ਹੋਵੇ, ਕਿ ਉਹਦੀ ਤੁਹਾਡੇ ਨਾਲ 100% ਥਿੰਕਿੰਗ ਰਲਣੀ ਚਾਹੀਦੀ ਆ। ਬਹੁਤ ਕਾਰਨ ਇੱਦਾਂ ਦੇ ਹੁੰਦੇ ਆ ਕਿ ਤੁਹਾਡੀ ਥਿੰਕਿੰਗ ਨਹੀਂ ਰਲਦੀ ਹੈਗੀ, ਪਰ ਇਹਦਾ ਇਹ ਮਤਲਬ ਨਹੀਂ ਹੈਗਾ ਕਿ ਵੀ ਤੁਸੀਂ ਜਦ ਤੁਹਾਡੀ ਥਿੰਕਿੰਗ ਨਹੀਂ ਰਲਦੀ ਹੈਗੀ ਤਾਂ ਤੁਸੀਂ ਉਹ ਤੁਹਾਡਾ ਅੱਛਾ ਪਾਰਟਨਰ ਨਹੀਂ ਹੈਗਾ। ਇਸ ਚੀਜ਼ ਦਾ ਖਿਆਲ ਰੱਖੋ। ਐਡਜਸਟਮੈਂਟ ਹੁੰਦੀ ਆ, ਜਿੱਥੇ ਐਡਜਸਟਮੈਂਟ ਦੀ ਗੱਲ ਹੁੰਦੀ ਉੱਥੇ ਇੱਦਾਂ ਹੁੰਦੀ ਜਦੋਂ ਛੋਟੀ ਮੋਟੀ ਗੱਲਬਾਤ ਹੋਵੇ, ਲਾਈਕ ਕਿ ਅੱਛਾ ਤੈਨੂੰ ਇਹ ਪਸੰਦ ਆ, ਮੈਨੂੰ ਖਾਣ ਦੇ ਵਿੱਚ ਇਹ ਪਸੰਦ ਆ, ਚਲ ਅੱਜ ਤਾਂ ਘਰ ਇਹੀ ਬਣੂਗਾ, ਉਹਨੂੰ ਕਹਿੰਦੇ ਐਡਜਸਟਮੈਂਟ। ਕਿ ਅੱਜ ਮੈਂ ਤੁਹਾਡੀ ਮਰਜ਼ੀ ਦਾ ਬਣਾ ਲੈਂਦੀ ਹਾਂ ਤੇ ਕੱਲ ਨੂੰ ਚੱਲ ਮੈਂ ਆਪਣੀ ਮਰਜ਼ੀ ਦਾ ਬਣਾ ਲੂੰਗੀ, ਜਾਂ ਚੱਲ ਕੁੜੀ ਆਪਣੇ ਖਾਣ ਪੀਣ ਦਾ ਵੀ ਆਪਣਾ ਜਿਹੜਾ ਸ਼ੌਂਕ ਹੁੰਦਾ ਉਹ ਤਿਆਗ ਦਿੰਦੀ ਆ, ਉਹ ਕਹਿੰਦੀ ਆ ਕਿ ਚੱਲ ਜੋ ਇਹਨੂੰ ਪਸੰਦ ਆ, ਜੋ ਘਰ 'ਚ ਬਣਨਾ ਮੈਂ ਉਹੀ ਖਾ ਲੂੰਗੀ। ਇੱਥੇ ਤੱਕ ਐਡਜਸਟਮੈਂਟ ਚੱਲਦੀ ਆ। ਬਟ ਜਿੱਥੇ ਤੁਹਾਡੇ ਤੇ ਹੱਥ ਉੱਠ ਜਾਵੇ ਉਹਦੇ ਵਿੱਚ ਕੋਈ ਐਡਜਸਟਮੈਂਟ ਨਹੀਂ ਹੈਗੀ। ਉਹ ਤੁਸੀਂ ਜਿੰਨੀ ਜਲਦੀ ਉਸ ਘਰ ਦੇ ਵਿੱਚੋਂ ਨਿਕਲ ਸਕਦੇ ਆ, ਆਪਣੇ ਆਪ ਨੂੰ ਨਿਕਲਣ ਦੀ ਕੋਸ਼ਿਸ਼ ਕਰੋ। ਉੱਥੇ ਜੇ ਤੁਹਾਡੇ ਪੇਰੈਂਟਸ ਤੁਹਾਨੂੰ ਸਪੋਰਟ ਨਹੀਂ ਨਾ ਕਰਦੇ ਤਾਂ ਪਲੀਜ਼ ਤੁਸੀਂ ਉਹਨਾਂ ਬਾਰੇ ਵੀ ਨਾ ਸੋਚੋ, ਤੁਸੀਂ ਆਪਣੀ ਲਾਈਫ ਬਾਰੇ ਸੋਚੋ। ਤੁਸੀਂ ਦੇਖੋ ਕਿ ਜੇ ਮੈਂ ਇੱਥੋਂ ਨਿਕਲ ਜਾਂਦੀ ਹਾਂ ਤਾਂ ਹੋ ਸਕਦਾ ਆ ਕਿ ਮੇਰੀ ਲਾਈਫ ਬਹੁਤ ਬੈਟਰ ਹੋ ਜਾਵੇ, ਜਾਂ ਮਾੜੀ ਵੀ ਹੋਗੀ, ਬਟ ਉਹ ਤੁਸੀਂ ਖੁਦ ਉਹਨੂੰ ਆਪਣੀ ਲਾਈਫ ਨੂੰ ਦੇਖੋਗੇ। ਪਲੀਜ਼ ਇਸ ਗੱਲ ਦਾ ਮੈਂ ਸਾਰੀਆਂ ਕੁੜੀਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਆਪ ਸਟੈਂਡ ਲਓ, ਕਿਉਂਕਿ ਕਿਸੇ ਹੱਦ ਤੱਕ ਜਿਹੜੀ ਸਾਡੀ ਕਮਿਊਨਿਟੀ ਹੈ ਕਿ ਸਾਡੇ ਪੇਰੈਂਟਸ ਬਹੁਤ ਇੱਦਾਂ ਦੇ ਹੈਗੇ ਪੇਰੈਂਟਸ ਕਿ ਜਿਹੜੇ ਆਪਣੀਆਂ ਬੇਟੀਆਂ ਦੀ ਹੈਲਪ ਨਹੀਂ ਕਰਦੇ ਹੈਗੇ। ਉਹਨਾਂ ਨੂੰ ਹੁੰਦਾ ਹੈ ਕਿ ਕਿੱਦਾਂ ਕਰਨਗੇ, ਕੋਈ ਗਰੀਬ ਹੁੰਦਾ ਆ ਜਾਂ ਕੁਛ ਲੋਕਾਂ ਦੇ ਸਮਾਜ ਤੋਂ ਡਰ ਤੋਂ। ਪਰ ਕੁੜੀਆਂ ਨੂੰ ਆਪਣੇ ਆਪ ਲਈ ਖੁਦ ਸਟੈਂਡ ਲੈਣਾ ਚਾਹੀਦਾ ਆ, ਚਾਹੇ ਪੇਰੈਂਟਸ ਹੋਣ ਚਾਹੇ ਨਾ ਹੋਣ, ਉਹਨਾਂ ਦੇ ਹੱਕ ਦੇ ਵਿੱਚ ਤੁਸੀਂ ਸਟੈਂਡ ਲਓ। ਅਸੀਂ ਬਾਹਰਲੀਆਂ ਕੰਟਰੀਆਂ ਦੇ ਵਿੱਚ ਰਹਿੰਦੇ ਆ ਜਾਂ ਇੰਡੀਆ ਵਿੱਚ ਵੀ ਆ, ਪੁਲਿਸ ਆ ਤੁਹਾਡੀ ਪ੍ਰੋਪਰ ਸਪੋਰਟ ਕਰਦੀ ਆ, ਤੁਸੀਂ ਲਵੋ, ਜਾਂ ਕਿਸੇ ਵੀ ਮਤਲਬ ਕਿ ਜਾਓ ਇੱਦਾਂ ਦੀ ਸੰਸਥਾ ਦੇ ਵਿੱਚ ਜਿਹੜੀ ਤੁਹਾਡੀ ਹੈਲਪ ਕਰ ਸਕਣ। ਪਰ ਪਲੀਜ਼ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਨਾ ਹੋਵੋ। ਇਹ ਇੱਕ
ਮਤਲਬ ਕਿ ਜੇ ਅਸੀਂ ਸੋਚਾਂਗੇ ਨਾ ਫੇਰ ਹੀ ਅਸੀਂ ਇਸ ਚੀਜ਼ ਤੋਂ ਨਿਕਲ ਪਾਵਾਂਗੇ, ਨਹੀਂ ਤਾਂ ਇਦਾਂ ਦੀਆਂ ਪਤਾ ਨਹੀਂ ਹੋਰ ਕਿੰਨੀਆਂ ਕੁ ਮਨਦੀਪ ਤੇ ਰੂਬੀ ਜਿਹੜੀਆਂ ਹੈਗੀਆਂ ਇਹ ਦੁਨੀਆ ਤੋਂ ਜਾਈ ਜਾਣੀਆਂ ਆ। ਜਿਹੜੇ ਬੱਚੇ ਉਹ ਰੁਲਣਗੇ। ਹੁਣ ਬੱਚਿਆਂ ਨੂੰ ਨਾ ਤਾਂ ਮਾਂ ਮਿਲਣੀ ਆ ਤਾਂ ਨਾ ਪੇ ਤਾਂ ਹੈ ਹੀ ਨਹੀਂ ਉਹਨੇ ਜੋਗਾ। ਜੇ ਮਨਦੀਪ ਦੀ ਗੱਲ ਕੀਤੀ ਜਾਵੇ ਜਾਂ ਰੂਬੀ ਦੀ ਗੱਲ ਕੀਤੀ ਜਾਵੇ, ਕਿ ਕੀ ਫਾਇਦਾ ਹੈਗਾ ਆ। ਮੈਂ ਇੱਥੇ ਇੱਕ ਗੱਲ ਹੋਰ ਮੈਂਸ਼ਨ ਕਰਨਾ ਚਾਹੁੰਦੀ ਹਾਂ ਕਿ ਇਹਨਾਂ ਕੰਟਰੀਆਂ ਦੇ ਵਿੱਚ ਡਾਈਵੋਰਸ ਇੱਕ ਏਡੀ ਵੱਡੀ ਚੀਜ਼ ਨਹੀਂ ਹੈਗਾ। ਸਾਡੇ ਇੰਡੀਆ ਵਾਸਤੇ ਇੱਕ ਨਾ ਡਾਈਵੋਰਸ ਧੱਬਾ ਬਣ ਚੁੱਕਾ ਆ ਕਿ ਡਾਈਵੋਰਸ ਕਿਉਂ, ਡਾਈਵੋਰਸ ਕਿੱਡੀ ਕੁ ਵੱਡੀ ਗੱਲ ਆ। ਉਹ ਇੱਕ ਮਤਲਬ ਕਿ ਇੱਕ ਇਨਸਾਨ ਆ ਜਿਹੜਾ ਤੁਹਾਡਾ ਲਾਈਫ ਪਾਰਟਨਰ ਬਣਿਆ ਆ, ਬਟ ਲਾਈਫ ਪਾਰਟਨਰ ਇਹ ਨਹੀਂ ਹੈਗਾ ਕਿ ਜੇ ਅੱਜ ਤੇਰਾ ਉਹਨਾਂ ਵਿਆਹ ਹੋ ਗਿਆ ਤਾਂ ਤੂੰ ਸਾਰੀ ਉਮਰ ਉਹਨਾਂ ਹੀ ਕੱਟਣੀ ਆ। ਇਹ ਸੋਚ ਨਹੀਂ ਹੋਣੀ ਚਾਹੀਦੀ ਹੈਗੀ। ਠੀਕ ਹੈ, ਜੇ ਵਰਕ ਕਰਦਾ ਤਾਂ ਬਹੁਤ ਵਧੀਆ ਚੀਜ਼ ਆ, ਕਿਸੇ ਹੱਦ ਤੱਕ ਐਡਜਸਟਮੈਂਟ ਵੀ ਕਰੋ। ਇਹ ਵੀ ਨਹੀਂ ਹੈਗਾ ਕਿ ਬਸ ਅੱਜ ਜੀ ਉਹਨੇ ਮੈਨੂੰ ਮਾੜਾ ਜਿਹਾ ਕੁਛ ਮਜ਼ਾਕ 'ਚ ਕਹਿ ਦਿੱਤਾ ਜਾਂ ਥੋੜ੍ਹਾ ਜਿਹਾ ਗੁੱਸੇ ਦੇ ਵਿੱਚ ਕਹਿ ਦਿੱਤਾ ਅਤੇ ਮੈਂ ਉਸ ਚੀਜ਼ ਦਾ ਗੁੱਸਾ ਕਰ ਲਵਾਂ ਤਾਂ ਬਸ ਮੈਂ ਉਹਨੂੰ ਡਾਈਵੋਰਸ ਦੇਣਾ ਆ। ਇੱਦਾਂ ਨਹੀਂ ਹੁੰਦੀ ਹੈਗੀ। ਬਟ ਜਿੱਥੇ ਤੱਕ ਤੁਸੀਂ ਦੇਖ ਸਕਦੇ ਪਰ ਜਦੋਂ ਤੁਹਾਡੇ 'ਤੇ ਕੋਈ ਹੱਥ ਚੱਕਣ ਲੱਗ ਪੈਂਦਾ ਆ, ਉਹ ਚੱਕਣ ਲੱਗ ਪੈਂਦਾ ਜਾਂ ਉਹਦੇ ਪੇਰੈਂਟਸ ਚੱਕਣ ਲੱਗ ਪੈਂਦੇ ਆ, ਜਾਂ ਮੈਂ ਇਹ ਨਹੀਂ ਕਹਿੰਦੀ ਹੈਗੀ ਇਕੱਲਾ ਕੁੜੀਆਂ 'ਤੇ ਡੋਮੈਸਟਿਕ ਵਾਇਲੈਂਸ ਹੁੰਦਾ, ਮੁੰਡਿਆਂ 'ਤੇ ਵੀ ਕਿਸੇ ਵੇਲੇ ਹੁੰਦਾ ਆ। ਬਹੁਤ ਕੇਸਿਸ ਇੱਦਾਂ ਦੇ ਵੀ ਆਏ ਆ ਕਿ ਜਿਹੜੀਆਂ ਲੇਡੀਜ਼ ਹੁੰਦੀਆਂ, ਵਾਈਫ ਹੁੰਦੀਆਂ ਆ, ਉਹ ਨਹੀਂ ਵਧੀਆ ਤਰੀਕੇ ਨਾਲ ਡੀਲ ਕਰਦੀ ਆਪਣੇ ਹਸਬੈਂਡ ਦੇ ਨਾਲ, ਅਤੇ ਉਹ ਹਸਬੈਂਡ ਵਿਚਾਰਾ ਵੀ ਬੱਚਿਆਂ ਦੀ ਖਾਤਰ ਉਹ ਇੱਦਾਂ ਹੀ ਕੱਢੀ ਜਾਂਦਾ ਹੈ, ਜਾਂ ਵਾਈਫ ਦਾ ਜਾਂ ਹਸਬੈਂਡ ਦਾ ਕਿਤੇ ਬਾਹਰ ਅਫੇਅਰ ਹੁੰਦਾ ਤਾਂ ਉਹ ਇੱਦਾਂ ਆਪਣੀ ਲਾਈਫ ਚਲਾਉਂਦੇ ਰਹਿੰਦੇ ਆ। ਪਰ ਕਿਉਂ ਇੱਦਾਂ ਨਹੀਂ। ਪਲੀਜ਼ ਆਪਾਂ ਨਾ ਮੈਰਿਜ ਨੂੰ, ਮੈਂ ਇਹੀ ਕਹੂੰਗੀ, ਇਹ ਗੱਲ ਦਾ ਜਿਹੜਾ ਕਨਕਲੂਜਨ ਇਹੀ ਆ ਕਿ ਮੈਰਿਜ ਬਹੁਤ ਵੱਡੀ ਡੀਲ ਨਹੀਂ ਹੈਗੀ। ਬੱਚੇ ਜਿਹੜੇ ਹੈਗੇ ਆ ਤੁਹਾਡੇ ਲਈ, ਜੇ ਤੁਹਾਡੀ ਲਾਈਫ ਦੇ ਵਿੱਚ ਹੈਗੇ ਆ, ਸਿੰਗਲ ਪੇਰੈਂਟਸ ਵੀ ਜੇ ਤੁਸੀਂ ਬਣਦੇ ਆ ਤਾਂ ਕੋਈ ਵੱਡੀ ਡੀਲ ਨਹੀਂ ਹੈਗੀ। ਇਸ ਤੋਂ ਸਭ ਤੋਂ ਬੁਰੀ ਚੀਜ਼ ਹੈਗੀ ਆ ਕਿ ਆਪਣੇ ਆਪ ਨੂੰ ਖ਼ਤਮ ਕਰਨਾ ਜਾਂ ਕਿਸੇ ਦਾ ਮਰਡਰ ਹੋਣਾ। ਇਹ ਬਹੁਤ ਗਲਤ ਚੀਜ਼ ਆ। ਅਤੇ ਅੱਜ ਅਸੀਂ ਮਨਦੀਪ ਗਵਾਈ ਆ, ਪਿਛਲੇ ਸਾਲ ਅਸੀਂ ਰੂਬੀ ਗਵਾਈ ਸੀ, ਤਾਂ ਇਸ ਤੋਂ ਇਲਾਵਾ ਵੀ ਪਤਾ ਨਹੀਂ ਕਿੰਨੀਆਂ ਕੁ ਇੱਦਾਂ ਦੀਆਂ ਕੁੜੀਆਂ ਹੈਗੀਆਂ ਜਿਹੜੀਆਂ ਇਸ ਚੀਜ਼ ਦਾ ਸ਼ਿਕਾਰ ਹੁੰਦੀਆਂ ਆ। ਅਤੇ ਮੈਂ ਤਾਂ ਇਹੀ ਪਰਮਾਤਮਾ ਨੂੰ ਵੀ ਕਹਿਣਾ ਚਾਹੁੰਦੀ ਹਾਂ, ਪੇਰੈਂਟਸ ਨੂੰ ਵੀ ਇਹੀ ਕਹਿਣਾ ਚਾਹੁੰਦੀ, ਤੁਹਾਨੂੰ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਵੀ ਪਲੀਜ਼ ਆਪਣੀਆਂ ਕੁੜੀਆਂ ਨੂੰ ਇੰਡੀਪੈਂਡੈਂਟ ਬਣਾਓ। ਉਹਨਾਂ ਦੇ ਮਾਈਂਡ ਦੇ ਵਿੱਚ ਇੰਨੀ ਚੀਜ਼ ਰੱਖੋ ਕਿ ਵੀ ਹਾਂ, ਜੇ ਵਰਕ ਕਰਦਾ ਤਾਂ ਬਹੁਤ ਵਧੀਆ ਗੱਲ ਆ, ਬਟ ਜੇ ਨਹੀਂ ਵਰਕ ਕਰਦਾ ਹੈਗਾ ਤਾਂ ਤੂੰ ਉਹਨੂੰ ਛੱਡ ਦਫਾ ਕਰ। ਤੈਨੂੰ ਮਤਲਬ ਕਿ ਲੋੜ ਹੀ ਨਹੀਂ ਹੈਗੀ ਇੱਦਾਂ ਦੇ ਇਨਸਾਨ ਦੀ, ਤੂੰ ਡਿਜ਼ਰਵ ਨਹੀਂ ਕਰਦੀ ਹੈਗੀ ਇੱਦਾਂ ਦਾ ਗੰਦਾ ਬੰਦਾ ਨਾ ਆਪਣੀ ਲਾਈਫ ਦੇ ਵਿੱਚ। ਸੋ ਆਪਾਂ ਜਿਹੜੀ ਇੱਕ ਵਿਆਹ ਆ ਇਹਨੂੰ ਏਡੀ ਵੱਡੀ ਡੀਲ ਨਾ ਬਣਾਈਏ। ਵਿਆਹ ਇੱਕ ਸਿਰਫ ਪੇਪਰ ਆ, ਅਤੇ ਜੇ ਡਾਈਵੋਰਸ ਵੀ ਤੁਹਾਡਾ ਹੁੰਦਾ ਹੈ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ। ਮੈਂ ਸੋਚਦੀ ਹੁੰਦੀ ਹਾਂ ਕਿ ਆਪਾਂ ਹਮੇਸ਼ਾ ਇਹੀ ਕਹਿੰਦੇ ਆ ਕਿ ਜਿਹੜੀ ਮੈਰਿਜ ਆ ਬਹੁਤ ਜ਼ਿਆਦਾ ਇੰਪੋਰਟੈਂਟ ਚੀਜ਼ ਆ, ਅਤੇ ਜਿਹੜੇ ਆਪਣੀਆਂ ਵੈਸਟਰਨ ਕੰਟਰੀਜ਼ ਦੇ ਵਿੱਚ ਵਿਆਹ ਕਰਾਉਂਦੇ ਹੀ ਨਹੀਂ ਹੈਗੇ, ਸਾਰੀ ਸਾਰੀ ਉਮਰ ਇੱਦਾਂ ਹੀ ਨਾਲ ਰਹੀ ਜਾਂਦੇ ਆ, ਅਤੇ ਇੱਦਾਂ ਹੀ ਉਹਨਾਂ ਦੇ ਬੱਚੇ ਹੁੰਦੇ ਆ, ਬੱਚੇ ਵੀ ਵੱਡੇ ਹੋ ਜਾਂਦੇ ਅਤੇ ਵਿਆਹ ਨਹੀਂ ਕਰਾਉਂਦੇ ਹੈਗੇ। ਪਰ ਮੈਂ ਸੋਚਦੀ ਹਾਂ ਕਿ ਇਹ ਚੀਜ਼ ਸਹੀ ਆ, ਕਿਉਂਕਿ ਸਾਡੇ ਦਿਮਾਗ ਦੇ ਉੱਤੇ ਜੇ ਇੱਕ ਵਾਰੀ ਵਿਆਹ ਬਣ ਗਿਆ, ਪੇਪਰ ਮੈਰਿਜ ਹੋ ਗਈ ਤਾਂ ਧੱਬਾ ਲੱਗ ਜਾਂਦਾ। ਸੀ ਇੱਦਾਂ ਸੋਚਦੇ ਹਾਂ ਜਿਹੜੇ ਅਸੀਂ ਡਾਈਵੋਰਸ ਲਵਾਂਗੇ ਜਾਂ ਸਾਡੇ ਨਾਮ 'ਤੇ ਡਾਈਵੋਰਸ ਹੀ ਦਾ ਬੱਜੂਗਾ, ਪਰ ਇੱਕ ਜਾਣ ਨਾਲੋਂ ਡਾਈਵੋਰਸ ਲੈਣਾ 1000 ਗੁਣਾ ਬੈਟਰ ਆ। ਅਤੇ ਮੈਂ ਸਾਰਿਆਂ ਨੂੰ ਇਹੀ ਰਿਕੁਐਸਟ ਕਰਦੀ ਹਾਂ ਕਿ ਜੇ ਤੁਹਾਡੇ ਮਤਲਬ ਕਿ ਜਾਣ ਪਛਾਣ ਦੇ ਵਿੱਚ ਵੀ ਕੁਛ ਇੱਦਾਂ ਦਾ ਕੇਸ ਹੁੰਦਾ ਤਾਂ ਪਲੀਜ਼ ਉਹਨਾਂ ਦੀ ਹੈਲਪ ਕਰੋ, ਸਮਝਣ ਦੀ ਕੋਸ਼ਿਸ਼ ਕਰੋ ਕਿ ਕੀ ਸਿਚੁਏਸ਼ਨ ਆ। ਅਤੇ ਜੇ ਸਿਚੁਏਸ਼ਨ ਇੱਦਾਂ ਦੀ ਹੈਗੀ ਆ ਕਿ ਉਹ ਕੁੜੀ ਉਸ ਚੀਜ਼ ਤੋਂ ਡੀਲ ਨਹੀਂ ਕਰ ਪਾ ਰਹੀ ਜਾਂ ਨਿਕਲ ਨਹੀਂ ਪਾ ਰਹੀ ਤਾਂ ਪਲੀਜ਼ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੋ, ਤਾਂ ਹੀ ਅਸੀਂ ਮਤਲਬ ਕਿ ਇੱਕ ਵਧੀਆ ਸਮਾਜ ਲੈ ਕੇ ਆ ਸਕਾਂਗੇ। ਅਦਰਵਾਈਜ਼ ਇੱਦਾਂ ਹੀ ਜਿਹੜੀਆਂ ਹੈਗੀਆਂ ਧੀਆਂ ਜਾਂਦੀਆਂ ਰਹਿਣੀਆਂ ਆ, ਜਿਹੜੇ ਬੱਚੇ ਆ ਉਹ ਮਾਂ ਪਿਓ ਤੋਂ ਬਾਹਰੇ ਹੁੰਦੇ ਰਹਿਣੇ ਆ, ਅਤੇ ਸਮਝ ਨਹੀਂ ਲੱਗਣੀ ਵੀ ਇਸ ਚੀਜ਼ ਦਾ ਕਿੱਥੇ ਖ਼ਤਮ ਹੋਣਾ ਆ। ਮੈਨੂੰ ਹੁਣ ਸਮਝ ਨਹੀਂ ਲੱਗਦੀ ਕਿ ਮੈਂ ਹੁਣ ਹੋਰ ਕੀ ਕਵਾਂ। ਸਾਰਿਆਂ ਨੇ ਆਪੋ ਆਪਣੇ ਤਰੀਕੇ ਨਾਲ ਬਹੁਤ ਕੁਝ ਕਿਹਾ ਆ, ਬਟ ਬੈਟਰ ਇਹੀ ਆ ਕਿ ਉਹਦੀ ਜਾਣ ਤੋਂ ਪਹਿਲਾਂ ਅਸੀਂ ਉਹਦੀ ਹੈਲਪ ਕਰ ਸਕਦੇ। ਹੁਣ ਤਾਂ ਉਹ ਚਲੇ ਗਈ, ਹੁਣ ਉਹ ਮਾਂ ਪਿਓ ਜਿਹੜੇ ਹੈਗੇ ਉਹਨਾਂ ਨੂੰ ਆਪਣੀ ਧੀ ਕਦੀ ਨਹੀਂ ਮਿਲਣੀ ਹੈਗੀ, ਬੱਚਿਆਂ ਨੂੰ ਆਪਣੀ ਮਾਂ ਕਦੀ ਨਹੀਂ ਮਿਲਣੀ ਹੈਗੀ। ਸੋ ਜੇ ਉਹ ਹੁੰਦੀ ਤਾਂ 1000 ਹੋਣੇ ਸੀਗੇ, ਕੋਈ ਹੀਲਾ ਵਸੀਲਾ ਨਿਕਲਣ ਵਾਲਾ ਸੀ ਬੱਚਿਆਂ ਵਾਸਤੇ ਵੀ, ਉਹਦੇ ਵਾਸਤੇ ਵੀ, ਉਹਨੂੰ ਜੋਬ ਮਿਲ ਜਾਣੀ ਸੀ, ਹੈ ਨਾ। ਬਟ ਹੁਣ ਉਹ ਕੁਛ ਨਹੀਂ ਰਿਹਾ ਹੈਗਾ। ਸੋ ਪਲੀਜ਼ ਅਸੀਂ ਇਸ ਚੀਜ਼ ਲਈ ਅਵੇਅਰ ਹੋਈਏ ਕਿ ਐਡੀ ਵੱਡੀ ਡੀਲ ਨਾ ਬਣਾਈਏ ਵਿਆਹ ਨੂੰ ਕਿ ਅਸੀਂ ਰਹਿਣਾ ਹੀ ਇੱਥੇ ਆ। ਸੋ ਮੈਂ ਇੱਥੇ ਹੀ ਵੀਡੀਓ ਦਾ ਜਿਹੜਾ ਐਂਡ ਕਰਦੀ ਹਾਂ। ਉਮੀਦ ਕਰਦੀ ਹਾਂ ਕਿ ਤੁਸੀਂ ਇਸ ਟੌਪਿਕ ਦੇ ਉੱਤੇ ਸੋਚੋਗੇ ਤਾਂ ਪਲੀਜ਼, ਜੇ ਤੁਹਾਨੂੰ ਚੰਗਾ ਲੱਗਾ ਹੋਊਗਾ ਇਹ ਮੇਰਾ ਜੋ ਵੀ ਟੌਪਿਕ ਸੀਗਾ, ਪਲੀਜ਼ ਇਹਦੇ ਉੱਤੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਿਓ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾ ਸਕੀਏ। ਵਿਆਹ ਬਹੁਤ ਜ਼ਰੂਰੀ ਚੀਜ਼ ਨਹੀਂ ਹੈਗੀ। ਸੋ ਜੇ ਤੁਸੀਂ ਨਹੀਂ ਵਿਆਹ 'ਚ ਖੁਸ਼ ਤਾਂ ਇਹਨੂੰ ਮਤਲਬ ਖ਼ਤਮ ਕਰੋ ਜਿੰਨੀ ਜਲਦੀ ਹੋ ਸਕਦਾ ਆ। ਅਤੇ ਦੈਟਸ ਇਟ। ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ, ਖੁਸ਼ ਹੋਵੋਗੇ, ਤਾਂ ਸਾਰੇ ਚੜ੍ਹਦੀ ਕਲਾ 'ਚ ਰਹੀਏ। ਮਿਲਦੇ ਹਾਂ ਫਿਰ ਕਿਸੇ ਨੈਕਸਟ ਵੀਡੀਓ, ਨੈਕਸਟ ਵਲੌਗ ਦੇ ਵਿੱਚ। ਟਿਲ ਦੈਨ ਟੇਕ ਕੇਅਰ, ਬਾਏ, ਸਤਿ ਸ਼੍ਰੀ ਅਕਾਲ ਜੀ।